वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜੋ ਅਸੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਬਲਿਓ ਚਿਰਾਗ ਜੀਵਨੀ ਗੁਰੂ ਨਾਨਕ ਦੇਵ ਜੀ। ਲੇਖਕ ਸਤਬੀਰ ਸਿੰਘ। ਕਥਨਾ ਕਰੜਾ ਸਾਰ। ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਮਨੌਤ ਹੈ ਕਿ ਪੜ੍ਹਦਿਆਂ ਆਨੰਦ ਅਥਾਹ ਆਉਂਦਾ ਹੈ, ਸਮਝ ਵੀ ਪੈਂਦੀ ਹੈ ਅਤੇ ਇੰਜ ਮਹਿਸੂਸ ਹੁੰਦਾ ਹੈ ਕਿ ਅਰਥ ਭਾਵ ਸਮਝ ਆ ਗਏ ਹਨ। ਪਰ ਜਦ ਫਿਰ ਪੜ੍ਹੋ ਤਾਂ ਇੰਜ ਲੱਗਦਾ ਹੈ ਕਿ ਅਰਥ ਤਾਂ ਬਹੁਤ ਡੂੰਘੇ ਹਨ, ਅਸੀਂ ਸਤਹ ਤੇ ਹੀ ਫਿਰਦੇ ਰਹੇ। ਇਹ ਹੀ ਕਾਰਨ ਹੈ ਅਨੇਕਾਂ ਟੀਕੇ ਹੋ ਜਾਣ ਉਪਰੰਤ ਵੀ ਅਜੇ ਤੱਕ ਜਪਜੀ ਦਾ ਭਾਵ ਸਮਝ ਗੋਚਰੇ ਨਹੀਂ ਹੋਇਆ। ਕੁਝ ਐਸਾ ਹੀ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਪੜ੍ਹਦਿਆਂ ਸੁਣਦਿਆਂ ਲਿਖਦਿਆਂ। ਉਹਨਾਂ ਬਾਰੇ ਆਖਰੀ ਗੱਲ ਤਾਂ ਕਿਤੇ ਰਹੀ, ਨਿਸ਼ਚੇ ਨਾਲ ਵੀ ਕਹਿਣਾ ਬੜਾ ਕਠਿਨ ਹੈ। ਕਥਨਾ ਕਰੜਾ ਸਾਰ ਵਾਲੀ ਅਵਸਥਾ ਹੁੰਦੀ ਹੈ। ਬਲਿਓ ਚਿਰਾਗ ਦੇ 5 ਐਡੀਸ਼ਨ ਪਿਛਲੇ 2 ਦਹਾਕਿਆਂ ਵਿੱਚ ਛਪੇ ਹਨ। ਹਰ ਵਾਰੀ ਨਵੇਂ ਐਡੀਸ਼ਨ ਨੂੰ ਸੋਧਿਆ, ਪਰ ਜਦ 6ਵਾਂ ਐਡੀਸ਼ਨ ਛਾਪਣ ਲਈ ਦੇਣ ਹਿੱਤ ਫਿਰ ਪੜ੍ਹਿਆ ਤਾਂ ਇੰਜ ਲੱਗੇ ਅਜੇ ਤਾਂ ਬਹੁਤ ਕੁਝ ਕਹਿਣ ਖੁਣੋਂ ਰਹਿ ਗਿਆ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਰੇ ਅਧਿਆਏ ਹੀ ਸੋਧਣੇ ਪਏ। ਤਲਵੰਡੀ ਵਿਖੇ 32 ਸਾਲ ਦਾ ਅਧਿਆਏ ਹੀ ਤੱਕੋ। ਜਦੋਂ ਮੂਲ ਸੋਮੇ ਫਿਰ ਪੜ੍ਹੇ ਤਾਂ ਇੰਜ ਪਿਆ ਲੱਗੇ ਕਿ ਗੁਰੂ ਪਾਤਸ਼ਾਹ ਦਾ ਹਰ ਕਰਮ ਹੀ ਕੌਤਕ ਹੈ। ਗੁਰੂ ਬਾਬੇ ਅਤੇ ਬਾਬਰ ਦੀ ਮਿਲਣੀ ਦੇ ਕਿਤਨੇ ਹੀ ਤੱਥ ਹੋਰ ਮਿਲੇ ਹਨ। ਬਾਬਰ ਨੇ ਜਦ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਖਾਹਿਸ਼ ਪ੍ਰਗਟ ਕੀਤੀ ਤਾਂ ਨਾ ਹੀ ਦੌਲਤ ਖਾਂ ਨੂੰ ਕਿਹਾ ਕਿ ਉਹਨਾਂ ਨੂੰ ਮਿਲਣ ਜਾਣਾ ਹੈ। ਭੇਟ ਕੀ ਕਰਾਂ ਤਾਂ ਕਿਆ ਖੂਬ ਨਵਾਬ ਦੌਲਤ ਖਾਂ ਨੇ ਕਿਹਾ ਸੀ, ਬਾਬਰ ਨੂੰ ਕਿ ਤੇਰੇ ਪਾਸ ਦੇਣ ਜੋਗਾ ਹੈ ਕਿ ਮੀਰੀ ਪੀਰੀ ਦਾ ਮਾਲਕ ਹੈ ਗੁਰੂ ਨਾਨਕ ਦੇਵ, ਨੇੜੇ ਜਾ ਕੇ ਤੈਨੂੰ ਆਪੇ ਦਿਸ ਆਏਗਾ। ਮੀਰੀ ਪੀਰੀ ਇਨ ਦੋਨੋਂ ਪਾਹੇ ਦੇਖੋਗੇ ਤੁਮ ਨੇੜੇ ਜਾਹੇ। ਤਿੰਨੇ ਹੀ ਉਦਾਸੀਆਂ ਨਵੇਂ ਸਿਰਿਓਂ ਲਿਖੀਆਂ ਗਈਆਂ। ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਹਨਾਂ ਸਾਨੂੰ ਸ਼ਬਦ ਦੇ ਲੜ ਲਗਾਇਆ, ਅੱਖਰ ਰਾਹੀਂ ਵੱਖਰ ਪ੍ਰਾਪਤ ਕਰਨ ਦੀ ਜਾਂਚ ਸਿਖਾਈ। ਹਜੂਰੀ ਕਵੀ ਕੰਕਣ ਨੇ 10 ਗੁਰੂ ਗਾਥਾ ਵਿੱਚ ਇਸ ਲਈ ਉਪਮਾ ਕਰਦੇ ਕਿਹਾ ਸੀ, ਧੰਨ ਧੰਨ ਨਾਨਕ ਗੁਰ ਕੀਤਾ ਪਰਉਪਕਾਰ, ਅਸ਼ਰ ਦਾ ਪੁੱਲ ਬਾਧ ਕੈ ਸ੍ਰਿਸ਼ਟ ਉਤਾਰੀ ਪਾਰ। ਟਾਈਟਲ ਵੀ ਨਵਾਂ ਬਣਿਆ ਹੈ ਤਾਂ ਕਿ ਹਰ ਪੱਖੋਂ ਹੀ ਇਹ ਐਡੀਸ਼ਨ ਸੱਜਰਾ ਲੱਗੇ। ਪਿਛਲੇ 2 ਸਾਲਾਂ ਤੋਂ ਰੋਜ਼ਾਨਾ ਅਜੀਤ ਵਿਖੇ ਹਰ ਸ਼ੁੱਕਰਵਾਰ ਲਗਾਤਾਰ ਇੱਕ ਕਾਲਮ ਇੱਕੜ ਦੁੱਕੜ ਲਿਖ ਰਿਹਾ ਹਾਂ। ਕਾਲਮ ਇਤਨਾ ਪੜ੍ਹਿਆ ਗਿਆ ਕਿ ਜੇ ਕਦੇ ਛਾਪਣ ਖੁਣੋਂ ਰਹਿ ਜਾਵੇ ਤਾਂ ਉਸੇ ਵੇਲੇ ਚਿੱਠੀ ਆ ਜਾਂਦੀ ਹੈ। ਪਾਠਕ ਵਾਰ-ਵਾਰ ਲਿਖ ਰਹੇ ਹਨ ਕਿ ਲੇਖਾਂ ਨੂੰ ਪੁਸਤਕ ਦੀ ਸ਼ਕਲ ਵਿੱਚ ਛਾਪ ਦਿਓ। ਇੱਕ ਤਾਂ ਸਾਂਭੇ ਰਹਿਣਗੇ, ਦੂਸਰੇ ਖਿਆਲ ਸਿਲਸਿਲੇਵਾਰ ਹੋ ਜਾਣਗੇ। ਸੋ ਰਬਾਬ ਤੇ ਨਗਾਰਾ ਦੇ ਨਾਂ ਹੇਠ ਉਹ ਪੁਸਤਕ ਵੀ ਛਪ ਕੇ ਆ ਗਈ ਹੈ। ਇਸ ਤਰ੍ਹਾਂ 2 ਹੋਰ ਪੁਸਤਕਾਂ ਤਿਆਰ ਹੋ ਗਈਆਂ ਹਨ। ਪਰ ਪਹਿਲਾਂ ਮੰਨੋ ਭਾਵੇਂ ਨਾ ਦੇਣੀ ਹੈ ਤਾਂ ਕਿ ਸਿੱਖੀ ਦਾ ਗੌਰਵ ਹੋਰ ਵਧੇ। ਮਨ ਵਿਸਰਾਮ ਵੀ ਛਪ ਕੇ ਆਸ ਹੈ ਕਿ ਛੇਤੀ ਆ ਜਾਵੇਗੀ ਅਤੇ ਕਥਾ ਪੁਰਾਤਨ ਇਉਂ ਸੁਣੀ ਦਾ ਅਗਲਾ ਹਿੱਸਾ ਤਿਆਰ ਹੋ ਗਿਆ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰ ਵਿਸਥਾਰ ਦਾ ਕਾਰਜ ਤਾਂ ਗੁਰੂ ਮਿਹਰ ਸਦਕਾ ਨਿਰੰਤਰ ਚੱਲ ਰਿਹਾ ਹੈ। ਬਸ ਇਹ ਹੈ ਅਰਦਾਸ ਗੁਰੂ ਪਿਤਾ ਅੱਗੇ ਕਿ ਮਿਹਰਾਂ ਕਰਦੇ ਰਹਿਣ। ਕੁਝ ਪੁਸਤਕ ਬਾਰੇ। ਭਾਈ ਮਣੀ ਸਿੰਘ ਜੀ ਨੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਲਿਖਿਆ ਹੈ ਕਿ ਸਵਾਰਥੀਆਂ ਨੇ ਜਾਣ ਬੁੱਝ ਕੇ ਕੁਝ ਅਣਜਾਣ ਪੁਣੇ ਵਿੱਚ ਦੁੱਧ ਰੂਪ ਸਾਖੀ ਵਿੱਚ ਜਲ ਰਲਾ ਦਿੱਤਾ ਹੈ। ਜੋ ਸਾਖੀਆਂ ਸਾਡੇ ਤੱਕ ਪੁੱਜੀਆਂ ਹਨ ਇਹਨਾਂ ਵਿੱਚੋਂ ਤੱਤ ਲੱਭਣ ਦੀ ਲੋੜ ਹੈ। ਇਹ 2 ਹੀ ਤਰੀਕਿਆਂ ਨਾਲ ਹੋ ਸਕਦਾ ਹੈ। ਇੱਕ, ਅਸੀਂ ਹੰਸ ਬਣ ਜਾਈਏ ਅਤੇ ਇਸ ਤਰ੍ਹਾਂ ਸਾਡੀ ਚੁੰਝ ਵਿੱਚ ਖਟਾਸ ਆ ਜਾਏਗੀ ਅਤੇ ਜਦ ਦੁੱਧ ਵਿੱਚ ਚੁੰਝ ਮਾਰਾਂਗੇ ਤਾਂ ਦੁੱਧ ਵੱਖ ਹੋ ਜਾਵੇਗਾ ਅਤੇ ਪਾਣੀ ਅੱਡ। ਪਰ ਹੰਸ ਬਣਨਾ ਇਤਨਾ ਆਸਾਨ ਨਹੀਂ ਹੈ। ਫਿਰ ਦੂਜਾ ਰਾਹ ਹੈ, ਹੇਠਾਂ ਤਾਂ ਦਿੱਤਾ ਜਾਏ ਅਤੇ ਪਾਣੀ ਉੱਡਣਾ ਸ਼ੁਰੂ ਹੋ ਜਾਏਗਾ ਅਤੇ ਅੰਤ ਨੂੰ ਨਿਰੋਲ ਦੁੱਧ ਰਹਿ ਜਾਵੇਗਾ। ਆਵਟਨ ਆਪੇ ਖਪੇ ਦੁੱਧ ਕੋ
ਖਪਣ ਨਾ ਦੇ। ਅੱਗ ਦੇਣ ਨਾਲ ਪਾਣੀ ਹੀ ਉੱਡੇਗਾ, ਦੁੱਧ ਨੂੰ ਆਂਚ ਤੱਕ ਨਹੀਂ ਆਉਣ ਲੱਗੀ। ਭਾਈ ਮਣੀ ਸਿੰਘ ਜੀ ਸਾਨੂੰ ਜੁਗਤ ਸਮਝਾ ਗਏ ਹਨ ਕਿ ਕਿਸ ਤਰ੍ਹਾਂ ਜਨਮ ਸਾਖੀਆਂ ਜਾਂ ਗੁਰੂ ਇਤਿਹਾਸ ਨੂੰ ਪੜ੍ਹਨਾ ਹੈ, ਪਰ ਕਿਸੇ ਪਾਦਰੀ ਮੈਕਲੌਡ ਨੇ ਹੰਸ ਬਣਨ ਦੇ ਥਾਵੇਂ ਅਸਲੀਅਤ ਲੱਭਣ ਦੀ ਥਾਂ ਸੱਚ ਨੂੰ ਹੀ ਭੰਨਣਾ ਤੋੜਨਾ ਸ਼ੁਰੂ ਕਰ ਦਿੱਤਾ। ਖੋਜ ਦੀ ਮਰਿਆਦਾ ਹੀ ਉਸ ਭੰਨ ਸੁੱਟੀ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਉਤਸਵ ਹੋਣ ਕਾਰਨ ਚਾਰੇ ਪਾਸੇ ਗੁਰੂ ਨਾਨਕ ਨੂੰ ਸੁਣਨ ਪੇਖਣ ਦੀ ਰੁਚੀ ਵਧੀ। ਬਹੁਤ ਸਫਲ ਯਤਨ ਹੋਏ, ਕਈ ਪੁਸਤਕਾਂ ਸਾਹਮਣੇ ਆਈਆਂ, ਪਰ ਸਭ ਨੇ ਇੱਕੋ ਪੱਖ ਉਜਾਗਰ ਕਰਨ ਤੇ ਹੀ ਜ਼ੋਰ ਦਿੱਤਾ। ਕਿਸੇ ਉਹਨਾਂ ਦੇ ਦਰਸ਼ਨ ਨੂੰ ਸਮਝਣ ਤੇ ਜ਼ੋਰ ਲਗਾਇਆ ਤਾਂ ਕਿਸੇ ਨੇ ਨਿਰੋਲ ਇਤਿਹਾਸਕ ਦ੍ਰਿਸ਼ਟੀਕੋਣ ਤੇ। ਦੋਵਾਂ ਨੂੰ ਰਲਾ ਕੇ ਦੇਖਣ ਤੇ ਲਿਖਣ ਦਾ ਯਤਨ ਘੱਟ ਹੋਇਆ। ਕੁਝ ਲੇਖਾਂ ਵਿੱਚ ਇਸ ਪਾਸੇ ਉਪਰਾਲੇ ਕੀਤੇ ਗਏ, ਪਰ ਉਹ ਅਧੂਰੇ ਹੀ ਰਹੇ। ਮੇਰੀ ਇਹ ਹਾਰਦਿਕ ਇੱਛਾ ਸੀ ਕਿ ਸਭ ਜਨਮ ਸਾਖੀਆਂ, ਲੱਭਤਾਂ, ਲਿਖਤਾਂ ਤੇ ਦੱਸੇ ਦ੍ਰਿਸ਼ਟੀਕੋਣਾਂ ਨੂੰ ਲੈ ਕੇ ਇੱਕ ਪੁਸਤਕ ਲਿਖਣ ਦਾ ਯਤਨ ਕਰਨਾ ਚਾਹੀਦਾ ਹੈ। ਜਦ ਮੈਂ ਇਸ ਆਸ਼ੇ ਨੂੰ ਮੁੱਖ ਰੱਖ ਕੇ ਪਿਛਲੇ ਸਾਲ ਤਲਵੰਡੀ, ਧਨਸੂ ਦੇਸ ਜਹਾਂ ਤੂੰ ਵਸਿਆ ਅਤੇ ਫਿਰ ਸੁਲਤਾਨਪੁਰ ਵਿੱਚ 4.5 ਸਾਲ ਲਿਖੇ ਤਾਂ ਮੇਰਾ ਯਕੀਨ ਬੱਝ ਗਿਆ ਸੀ ਕਿ ਇਸ ਪੱਖੋਂ ਲਿਖਣ ਦੀ ਬਹੁਤ ਲੋੜ ਹੈ। ਸਾਖੀ ਨੂੰ ਸੁਣਾਉਣ ਦਾ ਇਹ ਨਵੀਨ ਢੰਗ ਸਾਰੇ ਪਸੰਦ ਕਰ ਰਹੇ ਹਨ। ਸੋ ਬਲਿਓ ਚਿਰਾਗ ਉਸੇ ਢੰਗ ਨਾਲ ਲਿਖਿਆ ਇਤਿਹਾਸ ਜਾਂ ਸਾਖੀ ਹੈ। ਇੱਥੇ ਮੈਂ ਸਿਰਫ ਇੱਕੋ ਉਦਾਹਰਣ ਦੇਣਾ ਚਾਹੁੰਦਾ ਹਾਂ ਤਾਂ ਕਿ ਸਾਖੀ ਵਿੱਚ ਅਸਲ ਗੱਲ ਨੂੰ ਉਜਾਗਰ ਕਰਨ ਦੀ ਕਿਤਨੀ ਕੁ ਲੋੜ ਹੈ ਦਾ ਪਤਾ ਲੱਗ ਜਾਏ। ਪੁਰਾਤਨ ਜਨਮ ਸਾਖੀ ਵਾਲਾ ਜਦ ਗੁਰੂ ਨਾਨਕ ਦੇਵ ਜੀ ਦੀ ਸੁਲਤਾਨਪੁਰ ਜਾਣ ਵਾਲੀ ਸਾਖੀ ਲਿਖਦਾ ਹੈ ਤਾਂ ਉਹ ਬਹੁਤਾ ਜ਼ੋਰ ਮਾਤਾ ਸੁਲੱਖਣੀ ਦੇ ਰੁਦਨ ਅਤੇ ਨਾਲ ਲੈ ਜਾਣ ਤੇ ਦਿੰਦਾ ਹੈ। ਉਸ ਰੁਦਨ ਰੌਲੇ ਵਿੱਚ ਮਾਤਾ ਸੁਲੱਖਣੀ ਅਤੇ ਗੁਰੂ ਨਾਨਕ ਦੇਵ ਜੀ ਦੇ ਵਾਕ ਗੁੰਮ ਹੋ ਗਏ ਜੋ ਉਹਨਾਂ ਨੂੰ ਗ੍ਰਹਿਸਤੀ ਵੱਡਾ ਗ੍ਰਹਿਸਤੀ ਦਰਸਾ ਸਕਦੇ ਸਨ। ਮਾਤਾ ਜੀ ਨੇ ਕਿਹਾ ਸੀ, ਜੋ ਜੀ ਤੁਸੀਂ ਘਰ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਹੈ। ਸਭ ਕੁਝ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਪਰਮੇਸ਼ਰ ਕੀਏ ਰੁਜ਼ਗਾਰ ਲੱਗੇਗਾ ਸਦਾਏ ਲੈਸਾਂ। ਭੈਣ ਤੇ ਭਾਰਾ ਪਾਉਣਾ ਕਿੱਥੋਂ ਦੀ ਸਿਆਣਪ ਸੀ। ਫਿਰ ਜਦ ਮੋਦੀ ਬਣ ਗਏ ਤਾਂ ਉਸੇ ਵੇਲੇ ਮਰਦਾਨਾ ਜੀ ਨੂੰ ਭੇਜ ਕੇ ਬੱਚੇ ਅਤੇ ਪਤਨੀ ਸੁਲਤਾਨਪੁਰ ਮੰਗਵਾ ਲਏ। ਇਸ ਤਰ੍ਹਾਂ ਇੱਕ ਨਹੀਂ ਹਰ ਸਾਖੀ ਨੂੰ ਗੌਰ ਨਾਲ ਪੜ੍ਹ ਕੇ ਅਸਲੀਅਤ ਉਜਾਗਰ ਕਰਨ ਦੀ ਲੋੜ ਹੈ। ਇਹ ਪੁਸਤਕ 23 ਨਵੰਬਰ 1966 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਛਪ ਕੇ ਹੱਥਾਂ ਵਿੱਚ ਨਾ ਆਉਂਦੀ ਜੇ ਸਰਦਾਰ ਮਹਿਤਾਬ ਸਿੰਘ ਪਿੱਛੇ ਪੈ ਕੇ ਨਾ ਛਪਵਾਉਂਦੇ, ਅਤੇ ਇਹ ਪੁਸਤਕ ਲਿਖੀ ਹੀ ਨਾ ਜਾ ਸਕਦੀ ਜੇ ਜਸਪਾਲ ਕੌਰ ਜੀ ਪੂਰਾ ਧਿਆਨ ਨਾ ਦਿੰਦੇ। ਸਰਦਾਰ ਗੁਰਦੀਪ ਸਿੰਘ ਟਾਈਪਿਸਟ ਦਾ ਵੀ ਧੰਨਵਾਦੀ ਹਾਂ, ਜਿਸ ਨੇ ਦਿਨ ਰਾਤ ਇੱਕ ਕਰਕੇ ਖਰੜੇ ਦੇ ਜ਼ਰੂਰੀ ਹਿੱਸਿਆਂ ਨੂੰ ਟਾਈਪ ਕੀਤਾ। ਇਹ ਪੁਸਤਕ ਮੈਂ ਰਾਵੀ ਦੀ ਛੱਲ ਨੂੰ ਭੇਟ ਕਰ ਰਿਹਾ ਹਾਂ, ਜੋ ਬਾਬੇ ਦੀ ਖਾਕ ਰੋੜ ਕੇ ਆਪਣੇ ਨਾਲ ਲੈ ਗਈ, ਅਤੇ ਪਿੱਛੋਂ ਬਾਬੇ ਦੇ 5ਵੇਂ ਸਰੂਪ ਗੁਰੂ ਅਰਜਨ ਦਾ ਪਾਵਨ ਰਖੂਨ। ਦਾਸ ਸਤਬੀਰ ਸਿੰਘ। ਭਾਗ ਪਹਿਲਾ। ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ। ਅੰਧੇਰਾ ਹੀ ਅੰਧੇਰਾ। ਗੁਰੂ ਨਾਨਕ ਦੇਵ ਜੀ ਨੇ ਆਪ ਹੀ ਆਪਣੇ ਸਮੇਂ ਬਾਰੇ ਲਿਖਿਆ ਹੈ, ਹਉ ਭਾਲੀ ਵਿਕੁੰਨੀ ਹੋਏ, ਅੰਧੇਰੇ ਰਾਹ ਨਾ ਕੋਏ। ਸਭੋ ਪਾਸੇ ਹਨੇਰਾ ਹੀ ਛਾਇਆ ਸੀ। ਇਹਨਾਂ ਛਾਏ ਹਨੇਰਿਆਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ। ਰਾਜਨੀਤਿਕ ਹਨੇਰਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਦੀਆਂ 3 ਸਦੀਆਂ ਨੂੰ ਕਾਲੀਆਂ ਸਦੀਆਂ ਵੀ ਕਿਹਾ ਜਾਂਦਾ ਹੈ। 24 ਜੁਲਾਈ 1204 ਈਸਵੀ ਨੂੰ ਹਿੰਦੁਸਤਾਨ ਗੁਲਾਮਾਂ ਦਾ ਗੁਲਾਮ ਹੋ ਗਿਆ। ਦੇਖਦੇ ਹੀ ਦੇਖਦੇ ਉੱਠਦਾ ਮੁਸਲਮਾਨੀ ਰਾਜ ਇੱਕ ਵੱਡਾ ਸਾਮਰਾਜ ਬਣ ਗਿਆ। ਕਿਧਰੇ ਟਾਵੇਂ ਟਾਵੇਂ ਮੁਕਾਬਲੇ ਹੋਏ, ਪਰ ਹਿੰਦੁਸਤਾਨ ਦਾ ਘਰ ਗੌਰੀ ਮੁਹੰਮਦ ਨੇ ਘੱਤ ਲਿਆ ਅਤੇ ਪ੍ਰਿਥੀ ਚੰਦ ਵਰਗੇ ਰਾਜਪੂਤ ਆਗੂ ਗੌਰੀ ਨਾਲ ਹੀ ਘਰੀ ਰਤੇ ਰਹੇ। ਜਦ ਜਾਗ ਖੁੱਲੀ ਤਾਂ ਹਿੰਦੁਸਤਾਨ ਗੈਰਾਂ ਦੇ ਕਬਜ਼ੇ ਵਿੱਚ ਜਾ ਚੁੱਕਾ ਸੀ। ਕੁਤਬਦੀਨ ਐਬਕ ਪਿੱਛੋਂ ਅਲਤਮਸ਼ ਨੇ ਗੁਲਾਮ ਰਾਜ ਨੂੰ ਪੱਕਾ ਕੀਤਾ। ਅਲਾਉਦੀਨ ਖਿਲਜੀ ਨੇ ਤਾਂ ਭਰੇ ਦਰਬਾਰ ਵਿੱਚ ਹਿੰਦੂਆਂ ਦੀਆਂ ਖਲੜੀਆਂ ਉਤਾਰਨੀਆਂ ਆਰੰਭ ਕਰ ਦਿੱਤੀਆਂ ਸਨ।
ਰਹਿੰਦੀ ਕਸਰ ਫਿਰੋਜ਼ ਤੁਗਲਕ ਨੇ ਜਜ਼ੀਆ ਲਗਾ ਕੇ ਪੂਰੀ ਕਰ ਦਿੱਤੀ। ਫਿਰੋਜ਼ ਨੇ ਜਜ਼ੀਆ ਤੇ ਹੀ ਬਸ ਨਾ ਕੀਤਾ, ਸਗੋਂ ਹਿੰਦੂ ਪਰਜਾ ਤੇ ਯਾਤਰੂ ਟੈਕਸ ਦੇ ਨਾਲ ਦੇਵੀ ਦੇਵਤਿਆਂ ਉੱਤੇ ਟੈਕਸ ਲਗਾ ਦਿੱਤੇ। ਜਿਹੜੀ ਰਤਾਕੂ ਅਣਖ ਰਹਿ ਗਈ ਸੀ ਉਸ ਦਾ ਖਾਤਮਾ ਤੈਮੂਰ ਦੇ ਹਮਲੇ ਨੇ ਕਰ ਦਿੱਤਾ। ਇੱਕ ਇਸ਼ਾਰੇ ਨਾਲ 1 ਲੱਖ ਕੈਦੀ ਉਸਨੇ ਕਤਲ ਕੀਤੇ। ਲੋਧੀ ਖਾਨਦਾਨ ਦੇ ਬਹਿਲੋਲ ਖਾਂ ਨੇ ਸੈਯਦਾਂ ਨੂੰ ਹਾਰ ਦੇ ਕੇ ਦਿੱਲੀ ਤੇ ਕਬਜ਼ਾ ਕਰ ਲਿਆ। 1468 ਈਸਵੀ ਵਿੱਚ ਬਹਿਲੋਲ ਦੀ ਮ੍ਰਿਤੂ ਹੋਈ ਅਤੇ ਉਸਦੇ ਪੁੱਤਰ ਨਿਜ਼ਾਮ ਖਾਂ ਨੇ ਸਿਕੰਦਰ ਲੋਧੀ ਦਾ ਨਾਮ ਧਰ ਕੇ 1517 ਈਸਵੀ ਤੱਕ ਰਾਜ ਕੀਤਾ। ਸਿਕੰਦਰ ਲੋਧੀ ਨੇ ਆਪਣਾ ਨਾਮ ਬੁੱਤ ਸ਼ਿਕਣ ਰੱਖ ਕੇ ਮੰਦਰ ਦੋਹਰੇ ਢਾਉਣੇ ਆਰੰਭ ਕਰ ਦਿੱਤੇ। ਜਿੰਨੇ ਮੰਦਰ ਉਸ ਗਿਰਾਏ ਉਸ ਦਾ ਹਿਸਾਬ ਇਤਿਹਾਸ ਵੀ ਨਹੀਂ ਰੱਖ ਸਕਿਆ। ਪੰਜਾਬ ਦੀ ਦਸ਼ਾ। ਸਿਕੰਦਰ ਲੋਧੀ ਨੇ ਪੰਜਾਬ ਵਿੱਚ ਦੌਲਤ ਖਾਂ ਨੂੰ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ। ਸਿਕੰਦਰ ਦੀ ਜ਼ਿੰਦਗੀ ਵਿੱਚ ਤਾਂ ਉਹ ਵਫਾਦਾਰ ਰਿਹਾ, ਪਰ ਜਦ ਇਬਰਾਹਿਮ ਹਿੰਦੁਸਤਾਨ ਦੇ ਤਖਤ ਉੱਤੇ ਬੈਠਾ ਤਾਂ ਦੌਲਤ ਖਾਂ ਲੋਧੀ ਨੇ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਆਲਮ ਖਾਂ ਲੋਧੀ ਨਾਲ ਮਿਲ ਕੇ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਸੱਦਾ ਭੇਜਿਆ। ਉਸ ਦਾ ਖਿਆਲ ਸੀ ਕਿ ਬਾਬਰ ਨਾਲ ਮਿਲ ਕੇ ਇਬਰਾਹਿਮ ਨੂੰ ਹਾਰ ਦੇਣੀ ਆਸਾਨ ਹੋ ਜਾਵੇਗੀ। ਲੁੱਟ ਦਾ ਮਾਲ ਲੈ ਕੇ ਬਾਬਰ ਵਾਪਸ ਚਲਾ ਜਾਏਗਾ ਅਤੇ ਤਖਤ ਉਸ ਨੂੰ ਮਿਲ ਜਾਏਗਾ। ਉਸ ਦਾ ਸਾਰਾ ਅੰਦਾਜ਼ਾ ਹੀ ਗਲਤ ਨਿਕਲਿਆ ਅਤੇ ਲੋਧੀ ਰਾਜ ਸਾਰੇ ਹਿੰਦੁਸਤਾਨ ਵਿੱਚੋਂ ਹਮੇਸ਼ਾ ਲਈ ਹੀ ਖਤਮ ਹੋ ਗਿਆ। ਪੰਜਾਬ ਦੀ ਲੜਾਈ ਤਿੰਨਾਂ ਵਿਚਕਾਰ ਸੀ ਅਤੇ ਦੌਲਤ ਖਾਂ ਇਸ ਤੋਂ ਅਣਜਾਣ ਰਿਹਾ। ਉਸ ਤਿਕੋਣੀ ਲੜਾਈ ਵਿੱਚ ਅਖੀਰ ਜਿੱਤ ਮੁਗਲਾਂ ਦੀ ਹੋਈ। ਪੰਜਾਬ ਵਿੱਚ ਸਦਾ ਇਵੇਂ ਹੀ ਹੁੰਦਾ ਰਿਹਾ ਹੈ। ਬਾਅਦ ਵਿੱਚ ਵੀ ਲੜਾਈ ਤਿਕੋਣੀ ਹੀ ਰਹੀ ਹੈ। ਜੇ ਸੰਨ 1526 ਵਿੱਚ ਲੜਨ ਵਾਲੇ ਮੁਗਲ ਲੋਧੀ ਅਤੇ ਪਠਾਨ ਸਨ ਤਾਂ ਸੰਨ 1716 ਤੋਂ ਪਿੱਛੋਂ ਮੁਗਲ ਸਿੱਖ ਅਤੇ ਪਠਾਨ ਹੋ ਗਏ। ਰਾਜਸੀ ਦਸ਼ਾ। ਉਸ ਵੇਲੇ ਦੀ ਰਾਜਸੀ ਦਸ਼ਾ ਨੂੰ ਆਪੂ ਗੁਰੂ ਨਾਨਕ ਦੇਵ ਜੀ ਨੇ ਕਈ ਸਮਕਾਲੀ ਇਤਿਹਾਸਕਾਰਾਂ ਨੇ ਕਾਫੀ ਦਰਦ ਭਰੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਡਾਕਟਰ ਲਤੀਫ ਕਹਿੰਦਾ ਹੈ, ਉਸ ਵੇਲੇ ਛਲ ਫਰੇਬ ਠੱਗੀ ਠੋਰੀ ਅਤੇ ਚਲਾਕੀ ਦਾ ਹੀ ਸਾਰੇ ਹਿੰਦੁਸਤਾਨ ਵਿੱਚ ਬੋਲਬਾਲਾ ਸੀ। ਹਿੰਦੁਸਤਾਨ ਦੀ ਹਰ ਨੁਕਰੇ ਬੇਚੈਨੀ ਅਤੇ ਘਬਰਾਹਟ ਸੀ। ਸਾਰੇ ਹਿੰਦੁਸਤਾਨ ਵਿੱਚ ਕੇਵਲ ਪਾਪ, ਜ਼ੁਲਮ, ਐਸ਼ੋ ਇਸ਼ਰਤ ਤੋਂ ਸਿਵਾ ਕੁਝ ਹੋਰ ਦਿਖਾਈ ਨਹੀਂ ਦਿੰਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇਸ ਦਿਸ਼ਾ ਨੂੰ ਇਹਨਾਂ ਸ਼ਬਦਾਂ ਵਿੱਚ ਦਰਸਾਇਆ ਹੈ। ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਉਸ ਵੇਲੇ ਦਾ ਸਮਾਂ ਕਾਲੀ ਰਾਤ ਵਾਂਗੂ ਸੀ। ਹੱਥ ਵਿੱਚ ਛੁਰੀ ਲਈ ਰਾਜੇ ਕਸਾਈ ਬਣੇ ਹੋਏ ਸਨ। ਧਰਮ ਜਿਸ ਦਾ ਮੁੱਖ ਅੰਸ਼ ਫਰਜ਼ ਸੀ ਬਿਲਕੁਲ ਹੀ ਉੱਡ ਗਿਆ ਸੀ। ਕਸਾਈਆਂ ਜਰਵਾਣਿਆਂ ਦੀਆਂ ਵਿਛਾੜਾਂ ਗਰੀਬਾਂ ਦੇ ਖੂਨ ਨਾਲ ਲਿਬੜੀਆਂ ਹੋਈਆਂ ਸਨ। ਰਾਜਿਆਂ ਦੇ ਫਰਮਾਨ ਸ਼ਾਹੀ ਛੁਰੀ ਉੱਤੇ ਇਨਸਾਨਾਂ ਦੇ ਖੂਨ ਦੀ ਸਿਕਰੀ ਜੰਮੀ ਹੋਈ ਸੀ। ਇਨਸਾਨੀਅਤ ਦੇ ਰਾਖੇ ਰਾਜੇ ਸ਼ਿਕਾਰੀ ਦੀ ਤਰ੍ਹਾਂ ਹਰ ਵੇਲੇ ਤਾਕ ਵਿੱਚ ਬੈਠੇ ਸਨ। ਮੀਰ ਅਹਲੰਕਾਰ ਕੁੱਤਿਆਂ ਵਾਲਾ ਕੰਮ ਕਰਦੇ ਸਨ। ਨੌਕਰ ਚਾਕਰ ਉਸ ਰਾਜੇ ਸ਼ੇਰ ਦੀਆਂ ਨੌਂਦਰਾਂ ਸਨ, ਜਿਨ੍ਹਾਂ ਨੇ ਜਨਤਾ ਦੇ ਕਲੇਜੇ ਘਾਉ ਕਰਕੇ ਸਦਾ ਮੂੰਹ ਖੂਨ ਨਾਲ ਭਰੇ ਰੱਖਣਾ ਇੱਕ ਸੁਭਾਵਿਕ ਕਰਮ ਸਮਝਿਆ ਹੋਇਆ ਸੀ। ਭਲੇ ਲੋਕਾਂ ਨੂੰ ਜੋ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਹੋਏ ਹੁੰਦੇ ਸਨ, ਉਹਨਾਂ ਨੂੰ ਠੁੱਡਿਆਂ ਨਾਲ ਜਗਾਉਂਦੇ ਸਨ। ਰਾਜੇ ਸ਼ੇਰ ਤਾਂ ਮਾਂਸ ਦੀਆਂ ਬੋਟੀਆਂ ਹੀ ਖਾਂਦੇ ਸਨ, ਪਰ ਅਹਲਕਾਰ ਗਰੀਬਾਂ ਦੀ ਮਿੱਝ ਰੱਤ ਚੱਟਣੋਂ ਵੀ ਸੰਕੋਚ ਨਹੀਂ ਸਨ ਕਰਦੇ। ਰਾਜੇ ਸੀ ਮੁਕਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿਦਾ ਪਾਇਨ ਘਾਓ, ਰਤ ਪਿੱਤ ਕੁੱਤੋ ਚੱਟ ਜਾਓ। ਰਿਸ਼ਵਤ ਜ਼ੋਰਾਂ ਉੱਤੇ ਸੀ ਅਤੇ ਹਰ ਕੋਈ ਵੱਡੀ ਦੇ ਕੇ ਕੰਮ ਕਰਵਾ ਲੈਂਦਾ ਸੀ। ਨਕੀ ਵੱਡੀ ਲਾਏ ਤਬਾਰ। ਰਾਜੇ ਐਸ਼ ਇਸ਼ਰਤ ਵਿੱਚ ਪਏ ਰਹਿਣਾ ਹੀ ਆਪਣਾ ਕਰਤੱਵ ਸਮਝਦੇ ਸਨ। ਜਨਤਾ ਦੀ ਸਾਰ ਬਿਲਕੁਲ ਹੀ ਨਹੀਂ ਸਨ ਲੈਂਦੇ। ਸਾਹਾਂ ਸੁਰਤ ਗਵਾਈਆਂ, ਰੰਗ ਤਮਾਸੇ ਚਾਏ। ਇਸ ਐਸ਼ ਦਾ ਸਿੱਟਾ ਉਸ ਸਮੇਂ ਨਿਕਲਿਆ ਜਦ ਬਾਬਰ ਦਾ ਹਮਲਾ ਹੋਇਆ। ਉਸ ਵੇਲੇ ਹੋਰ ਪਰਜਾ ਤਾਂ ਕਿਤੇ ਰਹੀ। ਕਿਸੇ ਪਠਾਨ ਸ਼ਹਿਜ਼ਾਦੇ ਨੂੰ ਵੀ ਕਿਤੋਂ ਮੰਗ ਪੈਨ ਰੋਟੀ ਦਾ ਟੁਕੜਾ ਨਾ ਮਿਲਿਆ। ਐਸਾ ਹੀ ਹੁੰਦਾ ਹੈ ਜਦ ਗੁਰੂ ਨਾਨਕ ਸਾਹਿਬ ਆਖਦੇ ਹਨ, ਜਦ ਪਹਿਲਾਂ ਤਿਆਰੀ ਨਾ ਹੋਵੇ ਅਤੇ ਮੌਕਾ ਨਾ ਸੰਭਾਲਿਆ ਜਾਏ।
इस उत्ते होर माड़ा ਇਹ कि ਹਕੂਮਤ ਨੇ ਜੰਗੀ ਸਮਾਨ ਦਾ ਸਹਾਰਾ ਲੈਣ ਦੀ ਬਜਾਏ ਤਵੀਤਾਂ ਤੰਤਰਾਂ ਮੰਤਰਾਂ ਅਤੇ ਫੋਕੀਆਂ ਗੱਲਾਂ ਦਾ ਸਹਾਰਾ ਲੈਣਾ ਮੁਨਾਸਿਬ ਸਮਝਿਆ। ਹਕੂਮਤ ਦੀ ਵਾਂਗ ਡੋਰ ਜੋਤਸ਼ੀਆਂ ਅਤੇ ਪੀਰਾਂ ਦੇ ਹੱਥ ਆ ਗਈ। ਹਥਿਆਰਾਂ ਦੀ ਦੌੜ ਵਿੱਚ ਪਿੱਛੇ ਰਹਿ ਜਾਣ ਕਾਰਨ ਅਤੇ ਸਮੇਂ ਅਨੁਕੂਲ ਜੰਗੀ ਨੀਤੀ ਨਾ ਅਪਣਾਉਣ ਕਾਰਨ ਹਾਕਮ ਤਕੜੀ ਮਾਰ ਖਾ ਗਏ। ਹਿੰਦੁਸਤਾਨ ਹੀ ਗਵਾ ਬੈਠੇ। ਉਹ ਹੀ ਪੁਰਾਤਨ ਹਾਥੀਆਂ ਦੀ ਜੰਗ, ਤੀਰ ਕਮਾਨਾਂ ਦਾ ਸਹਾਰਾ ਜਦ ਸਾਹਮਣਿਓ ਬਾਬਰ ਦੇ ਤੇਜ਼ ਘੋੜਿਆਂ, ਤੋਪਾਂ ਅਤੇ ਬੰਦੂਕਾਂ ਵਿੱਚੋਂ ਬਰੂਦ ਦੇ ਗੋਲੇ ਨਿਕਲੇ ਤਾਂ ਅਫਗਾਨਾਂ ਅਤੇ ਪਿੱਛੋਂ ਰਾਜਪੂਤਾਂ ਨੂੰ ਭਜਦਿਆਂ ਵਾਰ ਵੀ ਨਾ ਮਿਲੀ। ਹਿੰਦੂ ਇਤਨਾ ਅਧੀਨ ਹੋ ਗਿਆ ਕਿ ਉਸਨੇ ਪੂਰਨ ਗੁਲਾਮੀ ਧਾਰ ਲਈ। ਤੁਲਸੀ ਵਰਗੇ ਵਿਦਵਾਨ ਇਹ ਉਪਦੇਸ਼ ਦੇ ਰਹੇ ਸਨ, ਕਉ ਨਿਰਪ ਹੋਏ ਹਮ ਹੀ ਕਹਾਣੀ, ਭਾਵ ਕੋਈ ਰਾਜਾ ਹੋਏ ਸਾਨੂੰ ਕੀ। ਹਿੰਦੁਸਤਾਨ ਆਪਣੀ ਬੋਲੀ ਛੱਡ ਬੈਠਾ ਸੀ। ਛਤਰੀ ਜਿਨ੍ਹਾਂ ਦਾ ਕੰਮ ਧਰਮ ਰੱਖਿਆ ਸੀ ਉਹ ਵੀ ਦਿਲ ਹਾਰ ਚੁੱਕੇ ਸਨ। ਬ੍ਰਾਹਮਣ ਵੀ ਹਕੂਮਤ ਦਾ ਹੱਥ ਠੋਕਾ ਬਣੇ ਹੋਏ ਸਨ ਅਤੇ ਆਪਣੇ ਹੀ ਜਾਤ ਭਰਾਵਾਂ ਨੂੰ ਹੋਰ ਤੰਗ ਕਰ ਰਹੇ ਸਨ। ਹਿੰਦੂਆਂ ਦੀਆਂ ਧਾਰਮਿਕ ਰਸਮਾਂ, ਧਾਰਮਿਕ ਚਿੰਨ੍ਹਾਂ ਉੱਤੇ ਵੀ ਕਰ ਲਗਾਏ ਜਾਂਦੇ ਸਨ। ਜਿਵੇਂ ਕੋਈ ਆਪਣੀ ਗਾਂ ਨੂੰ ਨਦੀ ਪਾਰ ਨਹੀਂ ਸੀ ਲੰਘਾ ਸਕਦਾ ਜਦ ਤੱਕ 1 ਰੁਪਇਆ ਟੈਕਸ ਨਾ ਦੇਵੇ। ਗਊ ਬ੍ਰਾਹਮਣ ਕਿਉਂ ਕਰ ਲਾਵੋ ਤੱਕ ਨੌਬਤ ਪੁੱਜ ਗਈ ਸੀ। ਜਿਨ੍ਹਾਂ ਦੇ ਜਿੰਮੇ ਇਨਸਾਫ ਦੇਣ ਦਾ ਕਾਰਜ ਸੀ ਉਹ ਤਾਂ ਸਿਰਫ ਰਿਸ਼ਵਤ ਲੈ ਕੇ ਹੀ ਫੈਸਲਾ ਕਰਦੇ ਸਨ। ਜੇ ਕੋਈ ਪੁੱਛਦਾ ਕਿ ਇਹ ਫੈਸਲਾ ਤੂੰ ਕਿਵੇਂ ਕੀਤਾ ਤਾਂ ਅੱਗੋਂ ਅਨਪੜ੍ਹ ਜਨਤਾ ਨੂੰ ਕੁਰਾਨ ਦੀ ਆਇਤ ਸੁਣਾ ਦਿੱਤੀ ਜਾਂਦੀ ਸੀ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਚੁਗਲੀਆਂ ਕਰ ਕਰ ਲੋਕ ਆਪਣਾ ਉੱਲੂ ਸਿੱਧਾ ਕਰਦੇ ਸਨ। ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿੱਚ ਸਾਰੇ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਇਸ ਤਰ੍ਹਾਂ ਕਹਿੰਦੇ ਹਨ ਕਿ ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਸੀ। ਪਰਜਾ ਅੰਨੀ ਸੀ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਡਿੱਗ ਕੇ ਤਬਾਹ ਹੋ ਰਹੀ ਸੀ। ਭਾਈ ਜੀ ਤਾਂ ਗੱਲ ਮੁਕਾਉਂਦੇ ਹੋਏ ਕਹਿੰਦੇ ਹਨ ਕਿ ਧਰਮ ਦੀ ਜ਼ੁਬਾਨ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ, ਵਰਤਿਆ ਪਾਪ ਸਬਸ ਜਗ ਮਾਹੀ। ਸਮਾਜਿਕ ਦਸ਼ਾ, ਰਾਜਨੀਤਿਕ ਦਸ਼ਾ ਜੇ ਬਹੁਤ ਮਾੜੀ ਸੀ ਤਾਂ ਸਮਾਜਿਕ ਦਸ਼ਾ ਵੀ ਕੋਈ ਚੰਗੀ ਨਹੀਂ ਸੀ। ਸਮਾਜ ਧਰਮ ਦੇ ਆਧਾਰ ਉੱਤੇ 2 ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਹਿੰਦੂ ਸਨ, ਦੂਜੇ ਮੁਸਲਮਾਨ। ਅੱਗੇ ਉਹਨਾਂ ਦੇ ਕਈ ਫਿਰਕੇ ਬਣੇ ਹੋਏ ਸਨ। ਮੁਸਲਮਾਨ ਹਿੰਦੂਆਂ ਨੂੰ ਦੇਖਣਾ ਤੱਕ ਗਵਾਰਾ ਨਹੀਂ ਸਨ ਕਰਦੇ। ਮੁਸਲਮਾਨ ਹਿੰਦੂਆਂ ਨੂੰ ਧਰਤੀ ਨਿਆਈ ਸਮਝਦੇ ਸਨ। ਮੁਸਲਮਾਨਾਂ ਦਾ ਆਖਣਾ ਸੀ, ਜੇਕਰ ਹਿੰਦੂਆਂ ਕੋਲੋਂ ਚਾਂਦੀ ਮੰਗੀ ਜਾਏ ਤਾਂ ਉਹਨਾਂ ਨੂੰ ਬੜੀ ਅਧੀਨਗੀ ਨਾਲ ਸੋਨਾ ਪੇਸ਼ ਕਰਨਾ ਚਾਹੀਦਾ ਹੈ। ਜੇ ਕੋਈ ਮੋਮਨ ਹਿੰਦੂ ਦੇ ਮੂੰਹ ਵਿੱਚ ਥੁੱਕਣਾ ਚਾਹੇ, ਹਿੰਦੂ ਨੂੰ ਆਪਣਾ ਮੂੰਹ ਅੱਡ ਦੇਣਾ ਚਾਹੀਦਾ ਹੈ ਤਾਂ ਕਿ ਥੁੱਕਣ ਵਿੱਚ ਮੁਸਲਮਾਨ ਨੂੰ ਤਕਲੀਫ ਨਾ ਹੋਵੇ। ਇਹ ਸਮਝਿਆ ਜਾਂਦਾ ਸੀ ਕਿ ਖੁਦਾ ਨੇ ਹਿੰਦੂਆਂ ਨੂੰ ਮੁਸਲਮਾਨਾਂ ਦਾ ਗੁਲਾਮ ਰਹਿਣ ਲਈ ਹੀ ਬਣਾਇਆ ਹੈ। ਮੁਸਲਮਾਨ ਰਾਜ ਦੇ ਨਸ਼ੇ ਵਿੱਚ ਨਾਲ ਦੀ ਕੌਮ ਨੂੰ ਤੰਗ ਕਰਦਾ ਸੀ ਅਤੇ ਹਿੰਦੂ ਤਰਸਯੋਗ ਅਤੇ ਅਣਖਹੀਣ ਜ਼ਿੰਦਗੀ ਬਤੀਤ ਕਰ ਰਿਹਾ ਸੀ। ਹਿੰਦੂ ਜਾਤੀ 4 ਹਿੱਸਿਆਂ ਵਿੱਚ ਵੰਡੀ ਹੋਈ ਸੀ। ਸ਼ੂਦਰ ਦੀ ਦਸ਼ਾ ਅਤੀ ਮਾੜੀ ਹੋ ਗਈ ਸੀ। ਭਗਤ ਨਾਮਦੇਵ ਜੀ ਜਿਹੇ ਭਗਤ ਹੂਕ ਕੱਢਦੇ ਹੋਏ ਆਖ ਰਹੇ ਸਨ, ਜਦ ਮੈਂ ਮੰਦਰ ਜਾਂਦਾ ਹਾਂ ਇਹ ਪੰਡਿਆ ਮੋਹ ਕਿਉਂ ਢੇੜ ਕਹਿਤ ਹੈ, ਸ਼ੂਦ ਸ਼ੂਦ ਕਰ ਮਾਰ ਉਠਾਇਓ। ਮੰਦਰ ਵਿੱਚੋਂ ਸ਼ੂਦਰ ਸ਼ੂਦਰ ਆਖ ਕੇ ਮਾਰ ਕੱਢਦਾ ਹੈ। ਕੋਈ ਕੁੱਤਾ ਤਾਂ ਖੂਹ ਉੱਤੇ ਚੜ੍ਹ ਕੇ ਪਾਣੀ ਪੀ ਸਕਦਾ ਸੀ, ਪਰ ਸ਼ੂਦਰ ਖੂਹ ਉੱਤੇ ਜਾ ਕੇ ਨਹਾ ਵੀ ਨਹੀਂ ਸੀ ਸਕਦਾ। ਉਸ ਵਿਚਾਰੇ ਨੂੰ ਹਨੇਰੀਆਂ ਰਾਤਾਂ ਵਿੱਚ ਟੱਲ ਪਾ ਕੇ ਲੰਘਣਾ ਪੈਂਦਾ ਸੀ, ਮਤੇ ਹਨੇਰੀ ਰਾਤ ਵਿੱਚ ਉਸ ਦਾ ਪਰਛਾਵਾਂ ਉੱਚੀ ਜਾਤ ਵਾਲੇ ਉੱਤੇ ਨਾ ਪੈ ਜਾਏ। ਉਧਰ ਹਿੰਦੂਆਂ ਦੀ ਅਧੀਨਗੀ ਇਤਨੀ ਵਧੀ ਹੋਈ ਸੀ ਕਿ ਰਾਜਿਆਂ ਦਾ ਹੱਥ ਠੋਕਾ ਬਣ ਕੇ ਉਹ ਭਰਾਵਾਂ ਉੱਤੇ ਛੁਰੀ ਚਲਾਈ ਜਾ ਰਹੇ ਸਨ। ਕਹਿੰਦੇ ਹਨ ਕਿ ਕਿਸੇ ਕੌਮ ਦੀ ਸਭਿਅਤਾ ਇਸ ਗੱਲ ਨਾਲ ਨਾਪੀ ਜਾਂਦੀ ਹੈ ਕਿ ਉਹ ਇਸਤਰੀ ਨੂੰ ਕੀ ਸਥਾਨ ਦਿੰਦੇ ਹਨ। ਹਿੰਦੂ ਇਸਤਰੀ ਨੂੰ ਪੈਰ ਦੀ ਜੁੱਤੀ, ਘਰ ਦੀ ਚਾਕਰ, ਅੱਧਾ ਜ਼ਹਿਰ ਅੱਧਾ ਅੰਮ੍ਰਿਤ, ਕੁਦਰਤ ਦੀ ਇੱਕ ਮਜ਼ੇਦਾਰ ਗਲਤੀ, ਜਿੱਥੇ ਰੱਬ ਫੇਲ ਹੋ ਗਿਆ ਉੱਥੇ ਉਸਨੇ ਇਸਤਰੀ ਬਣਾ ਦਿੱਤੀ।
ਇਸਤਰੀ ਵਿੱਚ ਆਤਮਾ ਹੀ ਨਹੀਂ ਹੁੰਦੀ। ਇਸਤਰੀ ਆਪਣੇ ਇਸਤਰੀ ਜਾਮੇ ਬਾਅਦ ਮਰਦ ਜਾਮੇ ਵਿੱਚ ਆਉਂਦੀ ਹੈ ਤਾਂ ਮੁਕਤੀ ਪਾ ਸਕਦੀ ਹੈ। ਔਰਤ ਦੀ ਮੱਤ ਖੁਰੀ ਪਿੱਛੇ ਅਤੇ ਹੋਰ ਬੇਥਵੀਆਂ ਗੱਲਾਂ ਨਾਲ ਇਸ ਨੂੰ ਪੁਕਾਰਿਆ ਜਾਂਦਾ ਸੀ। ਆਮ ਲੋਕਾਂ ਦੀ ਗੱਲ ਇੱਕ ਪਾਸੇ, ਵਿਦਵਾਨ ਅਤੇ ਤੁਲਸੀਦਾਸ ਵਰਗੇ ਮਹਾਕਵੀ ਵੀ ਕੋਈ ਸ਼ੁਭ ਵਿਚਾਰ ਨਹੀਂ ਸਨ ਰੱਖ ਰਹੇ। ਜੇ ਵਿਦਵਾਨ ਇਸਤਰੀ ਬਾਰੇ ਇੰਨੀ ਨੀਵੀਂ ਵਿਚਾਰ ਰੱਖ ਸਕਦਾ ਹੈ ਤਾਂ ਜਨਤਾ ਦਾ ਮਾੜੇ ਖਿਆਲ ਰੱਖਣੇ ਅਤੇ ਇਸ ਨੂੰ ਦਾਸੀ ਅਤੇ ਜੁੱਤੀ ਤੋਂ ਵੱਧ ਕੁਝ ਨਾ ਸਮਝਣਾ ਸੁਭਾਵਿਕ ਕਿਹਾ ਜਾ ਸਕਦਾ ਸੀ। ਤੁਲਸੀਦਾਸ ਲਿਖ ਰਹੇ ਹਨ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਯਾਹੇ ਪਾਚੋ ਤਾੜਨ ਕੇ ਅਧਿਕਾਰੀ। ਪੀਲੂ ਜਿਹੇ ਭਗਤ ਪ੍ਰਚਾਰ ਕਰ ਰਹੇ ਸਨ, ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ। ਘਰੋਗੀ ਜੀਵਨ ਵੀ ਕੋਈ ਸੁਖਾਵਾਂ ਨਹੀਂ ਸੀ ਰਿਹਾ। ਇਸਤਰੀ ਵੀ ਐਸੇ ਵਾਤਾਵਰਨ ਵਿੱਚ ਆਪਣੇ ਮੌਲਿਕ ਗੁਣ ਹਲੀਮੀ, ਸਾਦਗੀ, ਪਵਿੱਤਰਤਾ ਛੱਡ ਬੈਠੀ ਸੀ। ਇਸਤਰੀ ਪੁਰਖੇ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਚੰਗੀ ਸਲਾਹ ਦੀ ਥਾਂ ਔਰਤ ਮਾੜੀ ਸਲਾਹ ਦਿੰਦੀ ਸੀ, ਜਿਸ ਦਾ ਸਿੱਟਾ ਪੁਰਖ ਕਸਾਈ ਹੋ ਗਏ ਅਤੇ ਵੱਡੂ ਕਰਦੇ ਫਿਰਦੇ ਸਨ। ਮਿੱਠਾ ਸੁਭਾਅ, ਜੁਗਤ ਵਿੱਚ ਰਹਿਣਾ, ਦਿਲ ਦੀ ਸਫਾਈ, ਇਹ ਸਭ ਗੱਲਾਂ ਜਿਨ੍ਹਾਂ ਦੇ ਸਹਾਰੇ ਜੀਵਨ ਟੁਰਦਾ ਹੈ, ਦੂਰ ਹੋ ਗਏ ਸਨ। ਵੱਡੀ ਠੱਗੀ, ਹਰਾਮ ਮਾਲ ਲੋਕਾਂ ਦਾ ਮਨ ਭਾਉਂਦਾ ਖਾਜਾ ਹੋ ਗਿਆ ਸੀ। ਸ਼ਰਮ ਅਤੇ ਹਯਾ ਅਣਖ ਨਾਲ ਹੀ ਆਪਣੇ ਵਤਨ ਟੁਰ ਗਈ ਸੀ, ਅਲੋਪ ਹੋ ਗਈ ਸੀ। ਸਮਾਜ ਵਿੱਚ ਕਿਧਰੇ ਸ਼ਰਮ ਹਯਾ ਦਿਸਦੀ ਹੀ ਨਹੀਂ ਸੀ। ਗੁਰੂ ਨਾਨਕ ਜੀ ਦਾ ਫਰਮਾਨ ਹੈ, ਰੰਨਾਂ ਹੋਈਆਂ ਬੋਥੀਆਂ, ਪੁਰਸ਼ ਹੋਏ ਸਯਾਦ, ਸੀਲ ਸੰਜਮ ਸੱਚ ਭੰਨੀ, ਖਾਣਾ ਖਾਜ ਆਹਾਜ, ਸ਼ਰਮ ਗਿਆ ਘਰ ਆਪਣੇ, ਪਤ ਉੱਠੀ ਚੱਲ ਨਾਲ। ਧਾਰਮਿਕ ਦਸ਼ਾ। ਮੁਸਲਮਾਨ ਹੰਕਾਰੇ ਹੋਏ ਸਨ ਅਤੇ ਹਿੰਦੂ ਬਿਲਕੁਲ ਹੀ ਨਿਗਰ ਗਏ ਸਨ। ਦੋਵੇਂ ਆਪਸ ਵਿੱਚ ਹੀ ਖਹਿ ਖਹਿ ਕਰ ਰਹੇ ਸਨ। ਇੱਕ ਦੂਜੇ ਨੂੰ ਕਾਫਰ ਅਤੇ ਦੂਜਾ ਪਹਿਲੇ ਨੂੰ ਮਲੇਸ਼ ਕਹਿੰਦਾ ਸੀ। ਹਿੰਦੂ 4 ਜਾਤੀਆਂ ਵਿੱਚ ਵੰਡੇ ਹੋਏ ਸਨ। ਹਿੰਦੂ ਆਪਣੀ ਰਹੁ ਰੀਤੀ ਚੰਗੀ ਕਹਿੰਦਾ ਸੀ ਅਤੇ ਮੁਸਲਮਾਨ ਆਪਣੀ ਸ਼ਰ੍ਹਾ ਨੂੰ। ਹਿੰਦੂ ਆਪਣੀ ਬਨਾਰਸ ਨੂੰ ਪਾਵਨ ਅਤੇ ਮੁਸਲਮਾਨ ਮੱਕੇ ਨੂੰ ਖੁਦਾ ਦਾ ਘਰ। ਮੁਸਲਮਾਨ ਸੁੰਨਤ 'ਤੇ ਜ਼ੋਰ ਦਿੰਦਾ ਸੀ ਅਤੇ ਹਿੰਦੂ ਤਿਲਕ ਜੰਝੂ 'ਤੇ। ਪਰ ਗੱਲ ਅਜੀਬ ਇਹ ਸੀ ਕਿ ਦੋਵੇਂ ਰਾਹ ਭੁੱਲ ਗਏ ਸਨ ਅਤੇ ਟੱਕਰਾਂ ਮਾਰ ਰਹੇ ਸਨ। ਭਾਈ ਗੁਰਦਾਸ ਜੀ ਨੇ ਧਾਰਮਿਕ ਦਸ਼ਾ ਨੂੰ ਇਸ ਤਰ੍ਹਾਂ ਅਲੰਕਿਤ ਕੀਤਾ ਹੈ, 4 ਵਰਨ 4 ਮਹਿਜਬ ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ, ਖਿੱਚੋ ਤਾਣ ਕਰੇਨ ਧਿਆਣੇ। ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁੰਨਤ ਮੁਸਲਮਾਨ ਕੀ ਦੀ, ਤਿਲਕ ਜੰਝੂ ਹਿੰਦੂ ਲੋਭਾਣੇ। ਰਾਮ ਰਹੀਮ ਕਹਾਇਂਦੇ, ਇੱਕ ਨਾਮ ਦੋਹਰਾ ਭੁਲਾਣੇ। ਵੇਦ ਕਤੇਬ ਭੁਲਾਏ ਕੇ, ਮੋਹੇ ਲਾਲਚ ਦੁਨੀ ਸ਼ੈਤਾਨੇ। ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੁਲਾਣੇ। ਸਿਰੋਂ ਨਾ ਮਿਟੇ ਆਵਣ ਜਾਣੇ। ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੀ ਧਾਰਮਿਕ ਦਸ਼ਾ ਨੂੰ ਵਰਣਨ ਬਹੁਤ ਸੁੰਦਰ ਸ਼ਬਦਾਂ ਵਿੱਚ ਕੀਤਾ ਹੈ। ਉਹ ਫਰਮਾਉਂਦੇ ਹਨ, ਧਰਮ 3 ਲੋਕਾਂ ਦੇ ਹੱਥ ਸੀ, ਇੱਕ ਕਾਜੀ, ਦੂਜੇ ਬ੍ਰਾਹਮਣ, ਤੀਜੇ ਜੋਗੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਤਿੰਨੇ ਹੀ ਆਪਣੇ ਧਰਮ ਨੂੰ ਛੱਡ ਚੁੱਕੇ ਸਨ ਅਤੇ ਧਰਮ ਦੀ ਅਧੋਗਤੀ ਦਾ ਕਾਰਨ ਬਣ ਰਹੇ ਸਨ। ਮਹਾਰਾਜ ਦੇ ਹੀ ਸ਼ਬਦਾਂ ਵਿੱਚ, ਬਾਦਸ਼ਾਹ ਹਕੂਮਤ ਦੇ ਨਸ਼ੇ ਵਿੱਚ ਸ਼ਾਮੀ ਕਿਤਾਬਾਂ ਅਤੇ ਕੁਰਾਨ ਦਾ ਜ਼ਬਰਦਸਤੀ ਪ੍ਰਚਾਰ ਕਰ ਰਿਹਾ ਹੈ। ਪੰਡਤ ਅਤੇ ਪੰਡਤਾਂ ਦੀਆਂ ਪੁਰਾਣ ਆਦਿਕ ਧਾਰਮਿਕ ਪੁਸਤਕਾਂ ਦੀ ਥਾਂ ਥਾਂ ਬੇਇੱਜ਼ਤੀ ਹੋ ਰਹੀ ਹੈ। ਸਭ ਤੋਂ ਜ਼ੋਰ ਅਤੇ ਜ਼ਬਰ ਦੀ ਗੱਲ ਇਹ ਸੀ ਕਿ ਪਰਮਾਤਮਾ ਦਾ ਨਾਂ ਵੀ ਜਬਰੀ ਬਦਲਾ ਕੇ ਰਹਿਮਾਨ ਰੱਖ ਦਿੱਤਾ ਗਿਆ ਹੈ। ਪਰਮਾਤਮਾ ਕਹਿਣ ਵਾਲੇ ਨੂੰ ਸਖਤ ਦੰਡ ਦਿੱਤੇ ਜਾ ਰਹੇ ਹਨ। ਕਲ ਪ੍ਰਵਾਨ ਕਤੇਬ ਕੁਰਾਨ, ਪੋਥੀ ਪੰਡਤ ਰਹੇ ਪੁਰਾਣ, ਨਾਨਕ ਨਾਉ ਭਇਆ ਰਹਿਮਾਨ। ਦੂਜੀਆਂ ਕੌਮਾਂ ਦੇ ਧਾਰਮਿਕ ਵਿਸ਼ਵਾਸ, ਜਜ਼ਬਾ, ਰਹੁ ਰੀਤੀਆਂ ਧੱਕੇ ਨਾਲ
ਜ਼ੋਰ ਨਾਲ ਦਬਾਉਣਾ ਹੀ ਵਕਤ ਦੀ ਆਵਾਜ਼ ਬਣ ਗਿਆ ਹੈ। ਕਾਜੀ ਦਾ ਕੰਮ ਸੀ ਇਨਸਾਫ ਕਰੇ, ਬਾਦਸ਼ਾਹ ਜਾਂ ਹੁਕਮਰਾਨ ਨੂੰ ਕੁਰਾਨ ਦਾ ਰਸਤਾ ਦੱਸ ਕੇ ਉਸ ਨੂੰ ਸੇਧ ਦੇਵੇ ਅਤੇ ਇੱਕ ਨਮੂਨੇ ਦਾ ਇਨਸਾਨ ਬਣ ਕੇ ਸੰਸਾਰ ਵਿੱਚ ਵਿਚਰੇ। ਪਰ ਉਹ ਠੀਕ ਇਸ ਦੇ ਉਲਟ ਕਰ ਰਿਹਾ ਸੀ। ਵੱਡੀ ਲੈ ਕੇ ਝੂਠ ਬੋਲ ਕੇ ਫੈਸਲਾ ਸੁਣਾਉਂਦਾ ਸੀ। ਆਪਣੀ ਹੋਂਦ ਨੂੰ ਪੱਕਿਆ ਕਰਨ ਲਈ ਕੁਰਾਨ ਦੇ ਗਲਤ ਅਰਥ ਕਰਕੇ ਸੁਣਾਉਂਦਾ ਸੀ। ਰੱਬ ਉਲ ਆਲਮੀਨ ਨੂੰ ਪੱਛਮ ਵਿੱਚ ਲੁਕਿਆ ਬੈਠਾ ਦੱਸ ਕੇ ਲੋਕਾਂ ਨੂੰ ਭਰਮਾ ਰਿਹਾ ਸੀ। ਧਰਮ ਵਿਆਖਿਆ ਤੋਂ ਇਲਾਵਾ ਇਨਸਾਫ ਦੀ ਤਕੜੀ ਵਿੱਚ ਉਲਾਰ ਕੇ ਰੱਖ ਰਿਹਾ ਸੀ। ਗੁਰੂ ਨਾਨਕ ਜੀ ਫਰਮਾਉਂਦੇ ਹਨ, ਇਸ ਸਮੇਂ ਧੱਕੇ ਜ਼ੋਰ ਨਾਲ ਝਗੜੇ ਵਧਾਉਣ ਵਾਲਾ ਇਸਲਾਮੀ ਕਾਨੂੰਨ ਹੀ ਫੈਸਲੇ ਕਰਨ ਵਾਲਾ ਬਣਿਆ ਹੋਇਆ ਹੈ ਅਤੇ ਇਨਸਾਫ ਕਰਨ ਵਾਲਾ ਕਾਜੀ ਕਾਲਾ ਧਨ ਲੈਣ ਵਾਲਾ ਵੱਡੀ ਖੋਰ ਹੋ ਗਿਆ ਹੈ। ਜਿਸ ਦਾ ਕੰਮ ਝਗੜੇ ਨਿਬੇੜਨਾ ਹੈ ਉਹ ਹੀ ਝਗੜੇ ਪਾ ਰਿਹਾ ਹੈ। ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੁਆ। ਜੇਤੂ ਹੋਣ ਦੇ ਨਾਤੇ ਗੁਆਂਢੀ ਧਰਮਾਂ ਉੱਤੇ ਹੀ ਅਤਿਆਚਾਰ ਕਰਨੇ ਬਾਦਸ਼ਾਹਾਂ ਦਾ ਸੁਭਾਅ ਬਣ ਗਿਆ ਸੀ। ਫਿਰੋਜ਼ ਤੁਗਲਕ ਦਾ ਭਗਤ ਨਾਮਦੇਵ ਜੀ ਨੂੰ ਹਾਥੀ ਥੱਲੇ ਲਿਤਾੜਨ ਦਾ ਹੁਕਮ, ਸਿਕੰਦਰ ਲੋਧੀ ਦਾ ਭਗਤ ਕਬੀਰ ਜੀ ਨੂੰ ਗੰਗਾ ਵਿੱਚ ਜਿਉਂਦਿਆਂ ਸੁੱਟਣ ਦੇ ਫਰਮਾਨ, ਗੁਰੂ ਨਾਨਕ ਦੇਵ ਜੀ ਨੂੰ ਵੀ ਬੰਦੀ ਬਣਾਉਣਾ ਉਸੇ ਲੜੀਆਂ ਦੀਆਂ ਹੀ ਕੜੀਆਂ ਸਨ। ਮੰਦਰ ਗਿਰਾਉਣੇ, ਜ਼ਬਰ ਨਾਲ ਇਸਲਾਮ ਦੇ ਦਾਇਰੇ ਵਿੱਚ ਲਿਆਉਣਾ ਤਾਂ ਨਿੱਤ ਦੇ ਕਰਮ ਸਨ। ਸਿਕੰਦਰ ਲੋਧੀ ਤਾਂ ਆਪਣੇ ਆਪ ਨੂੰ ਕਹਿਲਾਉਂਦਾ ਹੀ ਬੁੱਤ ਸ਼ਿਕਨ ਸੀ। ਗੁਰੂ ਨਾਨਕ ਦੇਵ ਜੀ ਨੇ ਗੌੜੀ ਰਾਗ ਵਿੱਚ ਇਸ ਦਾ ਸਾਰ ਦਿੰਦੇ ਹੋਏ ਲਿਖਿਆ ਹੈ, ਕਾਦੀ ਕੂੜ ਬੋਲ ਮਲ ਖਾਏ। ਬ੍ਰਾਹਮਣ ਦਾ ਕੰਮ ਸੀ ਧਰਮ ਕਰਮ ਅਤੇ ਸ਼ਸਤਰ ਨੂੰ ਘੋਖਣ ਦੇ ਬਾਅਦ ਲੋਕਾਂ ਨੂੰ ਜੀਵਨ ਜਾਂਚ ਦੱਸੇ, ਪਰ ਉਹ ਲੋਭ ਵਸ ਅਤੇ ਫਿਰ ਡਰ ਵਸ ਹੋ ਕੇ ਧਰਮ ਭੁਲਾ ਬੈਠਾ ਸੀ। ਡਾਕਟਰ ਗੋਕਲ ਚੰਦ ਨਰੰਗ ਦੇ ਕਹਿਣ ਅਨੁਸਾਰ ਇਸ ਦਾ ਕਰਤੱਵ ਤਾਂ ਇਹ ਸੀ ਕਿ ਭੇਡਾਂ ਦੇ ਚੰਗੇ ਰਾਖੇ ਦੀ ਤਰ੍ਹਾਂ ਭੇਡਾਂ ਭਾਵ ਸ਼ਰਧਾਲੂਆਂ ਦੀ ਰਖਵਾਲੀ ਕਰੇ, ਆਤਮਿਕ ਭੁੱਖਾਂ ਦੂਰ ਕਰੇ। ਪਰ ਇਹ ਨਿਰਾ ਰਾਖੇ ਵਾਲਾ ਇੱਕ ਹੀ ਕਰਤੱਵ ਸਾਲ ਦੇ ਸਾਲ ਭੇਡਾਂ ਦੀ ਉੱਨ ਉਤਾਰਨ ਵਾਲਾ ਨਿਭਾ ਰਿਹਾ ਸੀ। ਜੇ ਭੁੱਖੀਆਂ ਆਤਮਾਵਾਂ ਕੁਝ ਆਤਮਿਕ ਸ਼ਾਂਤੀ ਲਈ ਮੰਗ ਕਰਦੀਆਂ ਸਨ ਤਾਂ ਇਸ ਤੋਂ ਉਹਨਾਂ ਨੂੰ ਵਾਂਝਿਆ ਹੀ ਰਹਿਣਾ ਪੈਂਦਾ ਸੀ। ਬ੍ਰਾਹਮਣ ਧਰਮ ਅਤੇ ਤੱਤ ਦੀ ਥਾਂ ਕਰਮ ਅਤੇ ਉਪਾਸਨਾ ਉੱਤੇ ਹੀ ਜ਼ੋਰ ਦੇ ਰਿਹਾ ਸੀ। ਗਿਆਨ ਵੱਲ ਉਸ ਦੀ ਰੁਚੀ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਗਿਲਾ ਵੀ ਕੀਤਾ ਹੈ, ਵੇਦਾਂ ਮੇਂ ਨਾਮ ਉਤਮ ਸੋ ਸੁਣੇ ਨਾਹੀ। ਫਿਰ ਇਹ ਜਿਉਂ ਬਿਤਾਲਿਆ ਆਪਣੀ ਜ਼ਿੰਦਗੀ ਬੇਤਾਲ ਹੋ ਕੇ ਗੁਜ਼ਾਰ ਰਿਹਾ ਸੀ ਅਤੇ ਦੂਜਿਆਂ ਦੀ ਬਿਹਾਲ ਕਰ ਰਿਹਾ ਸੀ। ਬ੍ਰਾਹਮਣ ਸਾਰਾ ਜ਼ੋਰ ਹੀ ਖੱਟ ਦਰਸ਼ਨ ਉੱਤੇ ਦਿੰਦਾ ਸੀ। ਖੱਟ ਦਰਸ਼ਨ ਵਰਤੇ ਵਰਤਾਰਾ। ਬ੍ਰਾਹਮਣ ਨੇ ਧਰਮ ਦ੍ਰਿੜ ਕਰਾਉਣ ਦੀ ਥਾਂ ਮਨੁੱਖਾਂ ਨੂੰ ਸੰਧਿਆ, ਪੂਜਾ ਅਤੇ ਮਹਾਂ ਯਜਨਾਂ ਦੇ ਚੱਕਰ ਵਿੱਚ ਪਾ ਦਿੱਤਾ ਸੀ। ਇਸ ਤਰ੍ਹਾਂ ਜੀਵ ਇੱਕ ਦੀ ਪੂਜਾ ਛੱਡ 9 ਗ੍ਰਹਿ 10 ਦੀਪਕਾਲ, ਸੂਰਜ, ਗਣੇਸ਼, ਵਿਸ਼ਨੂੰ, ਸ਼ਿਵ ਅਤੇ ਸ਼ਕਤੀ ਦੀ ਪੂਜਾ ਵਿੱਚ ਜੁਟ ਗਿਆ ਸੀ। ਇਸੇ ਕਾਰਨ ਹੀ ਇਸ਼ਟ ਵੰਡੀਆਂ ਪੈ ਗਈਆਂ ਸਨ ਅਤੇ ਪ੍ਰਭੂ ਭਗਤੀ ਦੀ ਥਾਂ ਅਵਤਾਰ ਪੂਜਾ ਨੇ ਲੈ ਲਈ ਸੀ। ਫਿਰ 5 ਯੱਗ ਕਰਨੇ ਅਤੇ ਕਰਾਉਣੇ ਜ਼ਰੂਰੀ ਬਣਾ ਦਿੱਤੇ ਸਨ। ਬ੍ਰਹਮ ਯੱਗ, ਪਿਤਰੀ ਯੱਗ, ਦੇਵ ਯੱਗ, ਭੂਤ ਯੱਗ ਅਤੇ ਅਤਿਥੀ ਯੱਗ ਤੋਂ ਬਗੈਰ ਜੀਵਨ ਅਧੂਰਾ ਅਤੇ ਵਿਅਰਥ ਗਿਣਿਆ ਜਾਂਦਾ ਸੀ। ਇਹਨਾਂ ਨਿੱਤ ਕਰਮਾਂ ਤੋਂ ਇਲਾਵਾ ਵੱਖ-ਵੱਖ ਸਮੇਂ ਜੀਵ ਨੂੰ ਨਿਮਿਤਕ ਕਰਮ ਕਰਨ ਦਾ ਹੁਕਮ ਸੀ। ਇਹ ਕਰਮ ਇਸ ਕੋਲੋਂ ਸੰਸਕਾਰ, ਸ਼ਾਂਤੀ, ਵਰਤ ਅਤੇ ਪ੍ਰਾਸ਼ਚਿਤ ਕਰਨ ਦੀ ਮੰਗ ਕਰਦੇ ਸਨ। ਤਕਰੀਬਨ 40 ਕਿਸਮ ਦੇ ਸੰਸਕਾਰ ਸਨ ਜੋ ਇਸ ਭੋਲੇ ਭਾਲੇ ਜੀਵ ਨੂੰ ਕਰਨੇ ਪੈਂਦੇ ਸਨ। ਗਰਭਦਾਨ, ਜਾਤ, ਨਾਮਵੇਦ, ਅਪਰਸਨ, ਕਰਨਛੇਦ, ਉਪਨੈਨ, ਵਿਵਾਹ ਅਤੇ ਸਰਾਧ ਉਹਨਾਂ ਵਿੱਚੋਂ ਕੁਝ ਬਹੁਤ ਜ਼ਰੂਰੀ ਸਨ। ਜਾਤੀ ਲਈ ਜੀਵ ਨੂੰ 9 ਗ੍ਰਹਿਆਂ ਅਤੇ ਗਣੇਸ਼ ਦੀ ਪੂਜਾ ਲਾਜ਼ਮੀ ਸੀ। ਇਸ ਉਪਰੰਤ 15 ਵਰਤਾਂ ਦਾ ਭਾਰ ਇਸ ਗਰੀਬ ਜੀਵ ਨੂੰ ਚੁਕਾਇਆ ਹੋਇਆ ਸੀ। ਰਾਮਾਇਣ, ਮਹਾਭਾਰਤ ਅਤੇ ਪੁਰਾਣਾਂ ਦਾ ਪਾਠ ਕਰਵਾਉਣਾ ਜ਼ਰੂਰੀ ਬਣਾ ਦਿੱਤਾ ਗਿਆ ਸੀ। ਬਿਲਕੁਲ ਨਹੀਂ ਸੀ ਜਾਣਦਾ ਪੜ੍ਹਨ ਵਾਲਾ ਕਿ ਉਹ ਕੀ ਪੜ੍ਹ ਰਿਹਾ ਹੈ। ਪ੍ਰਾਸ਼ਚਿਤ ਲਈ ਕਈ ਕਰਮ ਜ਼ਰੂਰੀ ਸਨ।
अध्ययन, अध्यापन, यज्ञ, याजन, दान, स्नान, जप, हवन, देव पूजन, तीर्थ यात्रा, तप दे 12 कर्म प्राश्चित कराउण विच सहायक हुंदे सन। दशा ਉਹ ही बन गई सी जो गुरु नानक जी ने कही सी कि लोकां दा आत्मिक कतल कर ਰਿਹਾ ਸੀ, पर आप आपू नहाता धोता दर्शाउण लई इशनान जरूर करदा सी। ਤੀਜੇ ਸਨ जोगी। इन्हां नूं कुਝ सोझी आ गई सी कि संसार एक सुपना है, माया है, ਇਹ थिर नहीं। ਇਹ ਗੱਲ ਸਮਝਾਉਣ ਦੀ ਥਾਂ जोगी आप ही घर घाट ਛੱਡ ਕੇ ਅਤੀਤ ਹੋ ਕੇ ਜੰਗਲਾਂ ਅਤੇ ਕੰਦਾਰਾਂ ਵਿੱਚ ਚਲੇ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਜਤੀ ਸਦਾਵਹਿ ਜੁਗਤ ਨਾ ਜਾਣਹਿ, ਛੱਡ ਬਹਿਰ ਘਰ ਬਾਰ, ਲੋਕਾਂ ਦੇ ਕਲਿਆਣ ਇਸ ਕੀ ਕਰਨੀ ਸੀ। ਆਗੂ ਰਹਿਤ ਹੋਏ ਸੰਨਿਆਸੀਆਂ ਦੇ 10 ਅਤੇ ਜੋਗੀਆਂ ਦੇ 12 ਟੋਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਖਿੱਚੋਤਾਣ ਦਾ ਜ਼ਿਕਰ ਰਾਮਕਾਲੀ ਰਾਗ ਵਿੱਚ ਕੀਤਾ ਹੈ। 12 ਮਹਿ ਜੋਗੀ ਪਰਮਾਏ ਸੰਨਿਆਸੀ 6-4। ਜਿਹੜੇ ਲੋਕਾਂ ਵਿੱਚ ਫਿਰ ਵਿਚਰਦੇ ਵੀ ਸਨ, ਉਹ ਵਿਚਾਰੇ ਖਿੱਥਾਂ, ਝੋਲੀ, ਡੰਡਾ, ਫਹੂਰੀ, ਵਿਭੂਤ, ਧੂਣੀ, ਛੜੀ, ਮੁੰਦਰਾ ਅਤੇ ਭੇਖਾਂ ਵਿੱਚ ਫਾਥੇ ਹੋਏ ਸਨ। 84 ਆਸਨਾਂ ਦੇ ਤਾਂ ਉਸਤਾਦ ਸਨ, ਪਰ ਆਤਮਿਕ ਬਲ ਦੀ ਸੂਝ ਨਹੀਂ ਸੀ। ਇੱਕ ਲੰਗੋਟੀ ਦੇ ਧਾਰਨੀ, ਨਿਊਲੀ ਕਰਮ ਕਰਨ ਵਾਲੇ, ਮੋਨੀ, ਅਵਧੂਤ, ਭਗੌਤੀ, ਦੁਧਾਧਾਰੀ, ਜੰਗਮ, ਦਿਗੰਬਰ, ਕਨਪਾਟੇ, ਸੁੰਨ ਸਮਾਧ ਵਿੱਚ ਲੀਨ, ਵਣਖੰਡ ਵਿੱਚ ਵਿਚਰਨ ਵਾਲੇ, ਕੰਦ ਮੂਲ ਚੁਣ ਗੁਜ਼ਾਰਾ ਕਰਦੇ, ਭਸਮ ਮਲ ਫਿਰਦੇ, ਅੱਗ ਵਿੱਚ ਸੜ ਮਰਨ ਵਾਲੇ, ਤਨ ਨੂੰ ਹਿਮਾਲਿਆ ਵਿੱਚ ਗਾਲਣ ਵਾਲੇ ਤਾਂ ਬਤੇਰੇ ਜੋਗੀ ਸਨ, ਪਰ ਮਨ ਨੂੰ ਕਾਬੂ ਰੱਖ ਸੰਸਾਰ ਵਿੱਚ ਵਿਚਰਨ ਵਾਲਾ ਇੱਕ ਵੀ ਨਹੀਂ ਸੀ। ਗੁਰੂ ਜੀ ਦਾ ਫਰਮਾਨ ਹੈ ਕਿ ਉਹ ਜੋਗੀ ਤਾਂ ਗ੍ਰਹਿਸਤੀਆਂ ਤੋਂ ਵੀ ਗਏ ਗੁਜ਼ਰੇ ਸਨ, ਕਿਉਂਕਿ ਉਹਨਾਂ ਅੰਦਰ ਤ੍ਰਿਸ਼ਨਾ ਬਹੁਤ, ਸਾਧਨ ਭੋਜਨ ਕੀ ਆਸਾ। ਬਿਰਥਾ ਜਨਮ ਗਵਾਏ, ਨਾ ਗਿਰਹੀ ਨਾ ਉਦਾਸਾ। ਠੀਕ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ। ਜੋਗੀ ਜੁਗਤ ਨਾ ਜਾਣੇ ਅੰਧ। ਨਿਬੇੜਾ ਕਰਦੇ ਹੋਏ ਗੁਰੂ ਜੀ ਕਹਿੰਦੇ ਸਨ ਕਿ ਤਿੰਨਾਂ ਨੇ ਹੀ ਉਜਾੜਾ ਪਾਇਆ ਹੋਇਆ ਸੀ ਅਤੇ ਤਿੰਨੇ ਹੀ ਲੋਕਾਂ ਨੂੰ ਠੀਕ ਰਸਤੇ ਤੋਂ ਉਕਾਰ ਰਹੇ ਸਨ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆ ਘਾਏ। ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਸ ਦੇ ਨਾਲ ਹੀ ਲੋਕਾਂ ਦੀ ਆਪਣੀ ਧਾਰਮਿਕ ਦਸ਼ਾ ਵੀ ਕੋਈ ਉੱਚੀ ਨਹੀਂ ਸੀ ਹੋਈ। ਡਾਕਟਰ ਗੋਕਲ ਚੰਦ ਨਰੰਗ ਲਿਖਦਾ ਹੈ ਕਿ ਜਿਹੜੇ ਮੁਸਲਮਾਨ ਹੋਣ ਤੋਂ ਬਚ ਗਏ ਸਨ, ਉਹਨਾਂ ਦਾ ਧਰਮ ਸਿਰਫ ਵਹਿਮਾਂ ਦਾ ਧਰਮ ਰਹਿ ਗਿਆ ਸੀ। ਕੁਝ ਖਾਸ ਰਸਮਾਂ ਹੀ ਸਨ ਜੋ ਉਹ ਕਰ ਰਹੇ ਸਨ। ਦੌਲਤ ਰਾਏ ਬਹੁਤ ਸੁੰਦਰ ਲਿਖਦੇ ਹਨ ਕਿ धार्मिक तौर पे उस वेले एक गणेश का पुजारी था, दूसरा सूरज का, तीसरा शिव का, चौथा विष्णु का, पांचवा राम का, छठा कृष्ण का, सातवां हनुमान का, आठवां ब्राह्मण का, नामा लक्ष्मण का, 10वां शंकर आचार्य का, 11वां वेदांती, 12वां कर्मकांडी। और उस पार आपस में विरोध और कीना, मुल्क की जबान एक ना थी, धर्म पुस्तकें एक ना थी जो तमाम हिंदुओं पर हावी हो। धर्म का कोई ऐसा मामला ना था जिसमें तमाम हिंदू शामिल हों। फिर दौलत राय लिखते हैं, हर एक का तिलक अलहदा, तिलक की शक्ल अलहदा, तिलक का रंग अलहदा, माला और मणके जुदा जुदा, किसी की लकड़ी की, किसी की तुलसी की, किसी की रुद्राक्ष की, किसी की सुर्ख, किसी की सब्ज, किसी की स्याह, किसी की सफ़ेद। गर्ज किस किस चीज़ का जिक्र करे, सब कुछ मुख्तलिफ और मुतजाद। हर एक देवता का नरक स्वर्ग अपना अपना था।
जब खुदा और देवताओं में जंग थी तो अनेक पैरोकारों में सुलह क्यों कर रह सकती थी। खुद ईश्वर की ऐसी दुर्गति थी कि ना सिर्फ उसको आदमियों में उतारा बल्कि जानवरों, कछमच्छ, सूर में भी नाजिल किया, और उससे बदतर आदमी ना हैवान बल्कि नरसिंह बना दिया। अंत विच उन्होंने लिखा है, जिन लोगों का ना मजहब एक, ना गर्ज एक, ना जबान एक, ना इखलाक एक, ना दुनिया एक, ना आकबत एक, ना मुआज एक, ना मुआद एक, ना इबादत एक, ना रियाजत एक, ना तर्जे जिंदगी एक, ना लिबास एक, ना खुशी एक, ना गमी एक, ना उम्मीद एक, ना यास एक, ना गिजा एक, ना खाना एक, ना रस्म एक, ना मिजाज एक, ना अदात एक, ना बहशत एक, ना दोजक एक। ऐसी सूरत में यगानत, यकजहती, इत्तफाक और कौमी हमदर्दी का नाम कुजा। इंसान दुनिया दीयां लोड़ां नूं ही मुख रखदा होया दतार नूं विसार के कुदरत विच प्रतੱਖ दिसदियां कई ताकतां नूं देवते बना के उन्हां नूं पूजन लग पिया सी। दरख्तां, मड़ियां, सूरज, चंद, आकाश नूं रब समझ के सिजदे करन लग पिया सी। भाई गुरदास जी कहिंदे हन कि यह सब फोकट धर्म सी अते फोकट धर्मी भरम भुलावे। अपनी लोड़ दा मारिया मनुख रुखां मड़ियां अगे भी नक रगड़दा सी। इन्हां अनेक पूजा ने वहिमां अते भरमां नूं जन्म दिता। मते फलां देवता नाराज ना हो जाए, यह इस दे मूँह चढ़िया फिकरा सी। जे किसे वेले वांढे जाण दी लोड़ पै जाए तां मुहूर्त कढ़ाए अशरफ उल मखलूकात बिल्लियां, निच्छां, खंघां अते राशियां दा गुलाम हो गया सी। भाई गुरदास जी दे कथन अनुसार जगत विच वड्डी गिलान उठ खलोती सी। एक दूजे तो नक चाढ़िया जांदा सी। वंडी वरना आश्रमां दी पै गई सी। सन्यासियां ने 10 अते जोगियां ने 12 राह चला दिते सन। जंगम, सरेवड़े अते दिगंबरां ने दगे अते विवाद रचा दिते सन। ब्राह्मणां ने वेद, शस्त्र अते पुराण ही लड़ा दिते सन। 6 शस्त्रां दी हर वक्त बहस ही छिड़ी रहिंदी सी। पखंड अनेक प्रकार दे प्रचलित हो गए सन। तवीत, धागे, मंत्र, रसायन अते करामातां दी कालख नाल सब लिबड़े होए सन। भरम ही भरम सब पासे सी। भई गिलान जगत विच 4 वर्ण आश्रम उपाए, 10 नाम सन्यासियां, जोगी 12 पंथ चलाए। जंगम अते सरेवड़े, दगे दिगंबर वाद कराए। ब्राह्मण बहु प्रकार कर शस्त्र वेद पुराण लड़ाए। खट दर्शन बहु वैरी कर नाल छतीस पखंड रलाए। तंत मंत रसायना करामात कालख लपटाए। एकस ते बहु रूपकार रूप करूपी घने दिखाए। कलयुग अंदर भरम भुलाए। आर्थिक दशा सारी जनता आसानी नाल 2 हिस्सिਆਂ ਵਿੱਚ ਵੰਡੀ ਜਾ ਸਕਦੀ ਸੀ। एक अमीर ਅਤੇ ਦੂਜੇ ਗਰੀਬ। दरमियाना तबका बहुत घट सी। मुसलमान हाकम होण करके गरीब जनता नूं लुटदा सी। ओह भैड़ी आर्थिक हालत दी मारी हाकम दा हर रोहब सहिंदी सी। हिंदू जो अमीर सी उस विच अते मुसलमान हाकम विच कोई फर्क नहीं सी। मोटे लफ्जां विच कोई मलिक भागो सी जो लोकां दा खून चूसदा सी अते कोई गरीब लालो सी जो किरत करके गुजारा करदा सी। बहुते वाहक सन ਜ਼ਮੀਨ ਤੋਂ ਹੀ ਰੋਟੀ ਦਾ ਨਿਰਵਾਹ ਕਰਦੇ ਸਨ। ਵੱਡੇ ਵੱਡੇ ਜ਼ਮੀਂਦਾਰ ਵਾਕਾਂ ਦਾ ਰਤੀ ਭਰ ਖਿਆਲ ਨਹੀਂ ਕਰਦੇ ਸਨ। ਕਈ ਹਿੰਦੂ ਤਜਾਰਤ ਵੀ ਕਰਦੇ ਸਨ, ਪਰ ਬਹੁਤਿਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਹੱਟੀਆਂ ਪਾਈਆਂ ਹੋਈਆਂ ਸਨ। ਕਈ ਸ਼ਾਹੂਕਾਰਾ ਵੀ ਕਰਦੇ ਸਨ। ਇਸ ਵੱਡੇ ਪਾੜੇ ਨੂੰ ਪੂਰਾ ਕਰਨਾ ਮੁਸ਼ਕਿਲ ਸੀ। ਇਸ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਨੂੰ
इस तरह बयान किया जा सकता है। राज लोभ दा सी, चौकीदारी काम दी सी, सरदारी कूड़ दी सी, जनता अज्ञानता दे हनेरे विच फसी हुई सी, सच अते सदाचार उड गया सी, धर्म दे ठेकेदार धर्म नूं वेच-वेच के खा रहे सन, इस्त्री रूप दा शिंगार बन के वेसवा बनी हुई सी, गल की हर गल विच कूड़ प्रधान सी। ਇਹ ਸੀ ਦਸ਼ਾ जद गुरु नानक देव जी प्रगट होए। अज असी बलियो चिराग किताब दे 19 पन्ने पढ़ चुके हाँ। बाकी दी किताब असी अगले भाग विच पढ़ांगे। वाहिगुरू जी का खालसा, वाहिगुरू जी की फतेह।